ਪ੍ਰਾਕਥਨ। ਵਾਹਿਗੁਰੂ ਦੀ ਭਗਤੀ ਗੁਰੂ ਸਹਾਇਤਾ ਬਿਨਾ ਨਹੀਂ ਹੋ ਸਕਦੀ। ਸ੍ਰੀ ਰਾਗ ਮਹੱਲਾ ਤੀਜਾ। ਗੁਰਮੁਖ ਕਿਰਪਾ ਕਰੇ ਭਗਤ ਕੀਜੈ, ਬਿਨ ਗੁਰ ਭਗਤ ਨਾ ਹੋਈ। ਹੇ ਭਾਈ, ਗੁਰੂ ਦਇਆ ਕਰੇ ਤਾਂ ਭਗਤੀ ਕੀਤੀ ਜਾਂਦੀ ਹੈ। ਬਿਨਾਂ ਗੁਰੂ ਦੀ ਕਿਰਪਾ ਦੇ ਭਗਤੀ ਨਹੀਂ ਹੋ ਸਕਦੀ। ਆਪੈ ਆਪ ਮਿਲਾਏ ਬੂਝੈ, ਤਾ ਨਿਰਮਲ ਹੋਵੈ ਸੋਈ। ਜਦ ਗੁਰੂ ਆਪ ਆਪਣੇ ਆਪੈ ਭਾਵ ਆਪੇ ਨਾਲ ਸਿੱਖ ਨੂੰ ਮਿਲਾ ਲੈਂਦਾ ਹੈ, ਤਾਂ ਸਿੱਖ ਅਸਲੀਅਤ ਨੂੰ ਸਮਝਦਾ ਹੈ ਤੇ ਨਿਰਮਲ ਹੋ ਜਾਂਦਾ ਹੈ। ਹਰ ਜੀਉ ਸਾਚਾ ਸਾਚੀ ਬਾਣੀ, ਸ਼ਬਦ ਮਿਲਾਵਾ ਹੋਈ। ਪਰਮੇਸ਼ਰ ਸੱਚਾ ਸਤ ਸਰੂਪ ਹੈ। ਗੁਰੂ ਦੀ ਬਾਣੀ ਵੀ ਸੱਚੀ ਸਤ ਹੈ। ਇਸ ਲਈ ਗੁਰੂ ਦੇ ਉਪਦੇਸ਼ ਦੁਆਰਾ ਸਤ ਸਰੂਪ ਨਾਲ ਮਿਲਾਪ ਹੋ ਜਾਂਦਾ ਹੈ। ਭਾਈ ਰੇ ਭਗਤ ਹੀਨ ਕਾਹੇ ਜਗ ਆਇਆ। ਹੇ ਭਾਈ, ਹੁਣ ਤੂੰ ਹੀ ਸੋਚ ਲੈ ਕਿ ਭਗਤੀ ਤੋਂ ਹੀਨ ਪੁਰਖ ਜਗਤ ਵਿੱਚ ਆਉਂਦਾ ਹੀ ਕਾਸ ਨੂੰ ਹੈ। ਪੂਰੇ ਗੁਰ ਕੀ ਸੇਵ ਨਾ ਕੀਨੀ, ਬਿਰਥਾ ਜਨਮ ਗਵਾਇਆ। ਰਹਾਉ। ਉਸਨੇ ਪੂਰੇ ਗੁਰੂ ਦੀ ਸੇਵਾ ਤਾਂ ਕੀਤੀ ਨਹੀਂ, ਵਾਹਿਗੁਰੂ ਪਾਇਆ ਨਹੀਂ, ਉਸਨੇ ਤਾਂ ਮਨੁੱਖਾ ਜਨਮ ਹੀ ਬਿਰਥਾ ਗਵਾ ਲਿਆ ਹੈ। ਰਹਾਉ। ਹੁਣ ਜੀਵਾਂ ਦੇ ਨਿਤਾਨ ਪੁਣੇ ਦਾ ਜ਼ਿਕਰ ਕਰਕੇ ਜੋ ਭਗਤੀ ਕਰ ਰਹੇ ਹਨ, ਉਹਨਾਂ ਦੀ ਕਰਨੀ ਵੀ ਵਾਹਿਗੁਰੂ ਦੀ ਮਿਹਰ ਦੱਸ ਰਹੇ ਹਨ। ਉਹਨਾਂ ਦੀ ਹਉਂ ਦਾ ਤਾਨ ਕਾਰਨ ਨਹੀਂ ਦੱਸ ਰਹੇ। ਵਾਹਿਗੁਰੂ ਆਪ ਹੀ ਜਗਤ ਦਾ ਜੀਵਨ ਹੈ। ਆਪੇ ਜਗ ਜੀਵਨ ਸੁਖ ਦਾਤਾ, ਆਪੇ ਬਖਸ਼ ਮਿਲਾਏ। ਆਪ ਹੀ ਜਗਤ ਦਾ ਜੀਵਨ ਹੈ, ਆਪ ਹੀ ਸਾਰੇ ਸੁੱਖਾਂ ਦਾ ਦਾਤਾ ਹੈ। ਆਪ ਹੀ ਜੀਵਾਂ ਦੇ ਔਗਣ ਬਖਸ਼ ਕੇ ਆਪਣੇ ਨਾਲ ਮਿਲਾ ਲੈਂਦਾ ਹੈ। ਜੀ ਜੰਤ ਏ ਕਿਆ ਵਿਚਾਰੇ, ਕਿਆ ਕੋ ਆਖ ਸੁਣਾਏ। ਇਹ ਜੀ ਜੰਤ ਵਿਚਾਰੇ ਕੀ ਹਨ? ਭਾਵ ਇਹ ਆਪਣੇ ਤਾਨ ਕੁਛ ਨਹੀਂ ਸਵਾਰ ਸਕਦੇ। ਇਹਨਾਂ ਦੀ ਬੇਬਸੀ ਕੋਈ ਕੀ ਆਖ ਕੇ ਸੁਣਾਵੇ। ਗੁਰਮੁਖ ਆਪੇ ਦੇ ਵਡਾਈ, ਆਪੇ ਸੇਵ ਕਰਾਏ। ਨਾਮ ਦੀ ਵਡਿਆਈ ਵੀ ਉਹ ਆਪ ਹੀ ਦਿੰਦਾ ਹੈ, ਪਰ ਗੁਰੂ ਦੁਆਰਾ ਤੇ ਗੁਰੂ ਦੀ ਸੇਵਾ ਵੀ ਆਪ ਹੀ ਕਰਵਾਉਂਦਾ ਹੈ। ਦੇਖ ਕੁਟੰਬ ਮੋਹੇ ਲੋਭਾਣਾ, ਚਲਦਿਆਂ ਨਾਲ ਨਾ ਜਾਈ। ਪਰ ਇਹ ਨਿਤਾਨਾ ਜੀਵ ਕੁਟੰਬ ਨੂੰ ਦੇਖ ਕੇ ਉਸ ਦੇ ਮੋਹ ਵਿੱਚ ਲੋਭਿਤ ਹੋ ਜਾਂਦਾ ਹੈ ਤੇ ਇਹ ਗੱਲ ਭੁੱਲ ਜਾਂਦਾ ਹੈ ਕਿ ਸੰਸਾਰ ਤੋਂ ਚੱਲਣ ਵੇਲੇ ਕੁਟੰਬ ਦੀਵ ਦੇ ਨਾਲ ਨਹੀਂ ਜਾਇਆ ਕਰਦਾ। ਸਤਿਗੁਰ ਸੇਵ ਗੁਣ ਨਿਧਾਨ ਪਾਇਆ, ਤਿਸ ਦੀ ਕੀਮ ਨਾ ਪਾਈ। ਪਰ ਜੋ ਸਤਿਗੁਰੂ ਦੀ ਸੇਵਾ ਕਰਕੇ ਗੁਣਾਂ ਦੀ ਨਿਧੀ ਵਾਹਿਗੁਰੂ ਨੂੰ ਪ੍ਰਾਪਤ ਕਰ ਲੈਂਦਾ ਹੈ, ਉਹ ਉਸ ਦੇ ਗੁਣ ਵਡਿਆਈ ਵੇਖ ਕੇ ਹੈਰਾਨ ਹੋ ਜਾਂਦਾ ਹੈ, ਐਸਾ ਕਿ ਉਸ ਵਾਹਿਗੁਰੂ ਦੀ ਕੀਮਤ ਨਹੀਂ ਪਾ ਸਕਦਾ। ਭਾਵ ਫਿਰ ਉਸ ਨੂੰ ਪਤਾ ਲੱਗਦਾ ਹੈ ਕਿ ਸੰਸਾਰ ਦੇ ਕੁਟੰਬ ਤੋਂ ਉਹ ਗੁਣ ਨਿਧਾਨ ਕਿੰਨਾ ਮੋਲਕ ਹੈ। ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ, ਅੰਤੇ ਹੋਏ ਸਖਾਈ। ਉਹ ਹੁਣ ਦ੍ਰਿੜ ਵਿਸ਼ਵਾਸ ਵਿੱਚ ਹੁੰਦਾ ਹੈ ਕਿ ਹਰੀ ਪ੍ਰਭੂ ਹੀ ਇੱਥੇ ਮੇਰਾ ਸਖਾ ਹੈ, ਪ੍ਰਭੂ ਹੀ ਮੇਰਾ ਅੱਗੇ ਮਿੱਤਰ ਹੈ ਅਤੇ ਅੰਤ ਵੇਲੇ ਵੀ ਉਹ ਮੇਰਾ ਸਹਾਈ ਹੋਵੇਗਾ। ਅਥਵਾ ਗੁਰੂ ਜੀ ਆਪਣਾ ਤਜਰਬਾ ਦੱਸ ਰਹੇ ਹਨ ਕਿ ਸਤਿਗੁਰੂ ਦੀ ਸੇਵਾ ਕਰਕੇ ਮੈਂ ਵਾਹਿਗੁਰੂ ਪਾਇਆ ਹੈ। ਉਸ ਵਾਹਿਗੁਰੂ ਦੀ ਕੀਮਤ ਨਹੀਂ ਕਹੀ ਜਾ ਸਕਦੀ। ਉਹ ਅਮੁੱਲ ਹੈ। ਉਹ ਹਰੀ ਪ੍ਰਭੂ ਇੱਥੇ ਮੇਰਾ ਸਖਾ ਹੈ, ਅੱਗੇ ਮੇਰਾ ਮਿੱਤਰ ਹੈ ਤੇ ਅੰਤ ਮੇਰਾ ਸਹਾਈ ਹੋਵੇਗਾ। ਆਪਣੇ ਮਨ ਚਿਤ ਕਹੈ ਕਹਾਏ, ਬਿਨ ਗੁਰ ਆਪ ਨਾ ਜਾਈ। ਜੇ ਕੋਈ ਗੁਰੂ ਸੇਵਾ ਬਿਨਾ ਆਪਣੇ ਮਨ ਚਿੱਤ ਵਿੱਚ ਬਥੇਰਾ ਪਿਆ ਕਹੇ,
ਕਹੈ ਕਹਾਏ ਮੁਹਾਵਰਾ ਹੈ। ਬਥੇਰਾ ਪਿਆ ਕਹੇ, ਪਰ ਇਸ ਦੇ ਅਰਥ ਇਉਂ ਵੀ ਲਾਉਂਦੇ ਹਨ। ਆਪ ਆਖੇ ਤੇ ਹੋਰਨਾਂ ਤੋਂ ਵੀ ਕਹਾ ਲਵੇ, ਭਾਵ ਲੋਕੀ ਵੀ ਕਹਿਣ ਲੱਗ ਜਾਣ ਕਿ ਹਉ ਰਹਿਤ ਹੈ, ਕਿ ਮੇਰੇ ਵਿੱਚ ਆਪਾ ਭਾਵ ਨਹੀਂ ਹੈ, ਪਰ ਗੁਰੂ ਤੋਂ ਬਿਨਾ ਆਪਾ ਭਾਵ ਦੂਰ ਨਹੀਂ ਹੁੰਦਾ। ਇਸ ਲਈ ਨਿਸ਼ਚਾ ਬਣ ਲਓ ਕਿ ਹਰ ਜੀਉ ਦਾਤਾ ਭਗਤ ਵਸ਼ਲ ਹੈ, ਕਰ ਕਿਰਪਾ ਮਨ ਵਸਾਈ। ਹਰ ਜੀਉ ਦਾਤਾ ਹੈ, ਭਗਤੀ ਨੂੰ ਪਿਆਰ ਕਰਦਾ ਹੈ, ਕਿਰਪਾ ਕਰਕੇ ਭਗਤਾਂ ਦੇ ਮਨ ਵਿੱਚ ਭਗਤੀ ਵਸਾ ਦਿੰਦਾ ਹੈ। ਨਾਨਕ ਸੋਭਾ ਸੁਰਤ ਦੇ ਪ੍ਰਭ, ਆਪੇ ਗੁਰਮੁਖ ਦੇ ਵਡਿਆਈ। ਹੇ ਨਾਨਕ, ਪ੍ਰਭੂ ਆਪ ਹੀ ਗੁਰਮੁਖ ਨੂੰ ਸੁਰਤ ਭਾਵ ਭਗਤੀ ਕਮਾਉਣ ਵਾਲੀ ਗਿਆਤ ਦਿੰਦਾ ਹੈ, ਜਗਤ ਵਿੱਚ ਸ਼ੋਭਾ ਦਿੰਦਾ ਹੈ ਅਤੇ ਪਰਲੋਕ ਵਿੱਚ ਵਡਿਆਈ ਦਿੰਦਾ ਹੈ। ਤਾਂ ਤੇ ਉਸ ਦੀ ਸ਼ਰਨ ਲਓ। ਵਿਆਖਿਆ। ਅੰਕ 1 ਵਿੱਚ ਇਹ ਗੱਲ ਦੱਸੀ ਹੈ ਕਿ ਭਗਤੀ ਗੁਰੂ ਕਿਰਪਾ ਨਾਲ ਹੁੰਦੀ ਹੈ। ਰਹਾਉ ਵਿੱਚ ਭਗਤਹੀਣ ਦੀ ਮਾੜੀ ਦਸ਼ਾ ਦਿਖਾਈ ਹੈ। ਅੰਕ 2 ਵਿੱਚ ਬਖਸ਼ੰਦ ਦੀ ਮਿਹਰ ਦਾ ਵੇਰਵਾ ਹੈ। ਅੰਕ 3 ਵਿੱਚ ਕੁਟੰਬ ਦੇ ਮੋਹ ਦੀ ਅਣਸਥਿਰਤਾ ਹੈ ਤੇ ਗੁਰੂ ਪਰਮੇਸ਼ਰ ਦੀ ਮਿਹਰ ਦਾ ਆਸਰਾ ਦਿੱਤਾ ਹੈ। ਅੰਕ 4 ਵਿੱਚ ਉਹ ਵਿਸ਼ਾ ਚੱਲਦਾ ਹੈ, ਮਿਹਰਾਂ ਦਾ ਸਾਈਂ ਪ੍ਰਭੂ ਹੈ ਤੇ ਮਿਹਰ ਗੁਰੂ ਦੁਆਰਾ ਕਰਦਾ ਹੈ। ਪ੍ਰਾਕਥਨ। ਅਗਲੇ ਸ਼ਬਦ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮਾਤਾ ਪਿਤਾ ਦੀ ਧੰਨਤਾ ਤੇ ਉਹਨਾਂ ਦੁਆਰਾ ਆਪ ਦੀ ਧੰਨਤਾ, ਗੁਰੂ ਜੀ ਤੋਂ ਪ੍ਰਾਪਤ ਸੁੱਖ, ਉਹਨਾਂ ਦੀ ਪਰਮ ਉੱਚਤਾ ਤੇ ਜਗਤ ਤੇ ਹੋ ਰਹੇ ਉਪਕਾਰ ਦਾ ਸੰਖੇਪ ਵਰਣਨ ਹੈ। ਸ੍ਰੀ ਰਾਗ ਮਹੱਲਾ ਤੀਜਾ। ਧਨ ਜਨਨੀ ਜਿਨ ਜਾਇਆ, ਧਨ ਪਿਤਾ ਪ੍ਰਧਾਨ, ਸਤਿਗੁਰ ਸੇਵ ਸੁਖ ਪਾਇਆ, ਵਿੱਚ ਹੋ ਗਿਆ ਗੁਮਾਨ। ਦੂਸਰੀ ਤੁਕ ਦਾ ਅਰਥ ਪਹਿਲੋਂ ਲੱਗੇਗਾ। ਜਿਸ ਸਤਿਗੁਰੂ ਦੀ ਸੇਵਾ ਕਰਕੇ ਮਨ ਵਿੱਚੋਂ ਹਉ ਦੂਰ ਹੋ ਗਈ ਤੇ ਆਤਮ ਸੁਖ ਪ੍ਰਾਪਤ ਹੋ ਗਿਆ ਹੈ, ਉਹ ਗੁਰੂ ਧਨ ਹੈ, ਉਸ ਦੀ ਮਾਤਾ ਧਨ ਹੈ ਜਿਸ ਨੇ ਉਸ ਨੂੰ ਜਨਮ ਦਿੱਤਾ ਹੈ, ਤੇ ਧਨ ਹੈ ਉਸ ਦਾ ਪਰਮ ਸ਼੍ਰੇਸ਼ਟ ਪਿਤਾ। ਦਰ ਸੇਵਨ ਸੰਤ ਜਨ ਖੜੇ, ਪਾਇਨ ਗੁਣੀ ਨਿਧਾਨ। ਉਸ ਗੁਰੂ ਦੇ ਦੁਆਰੇ ਅਨੇਕਾਂ ਸੰਤ ਜਨ ਖੜੇ ਸੇਵਾ ਕਰ ਰਹੇ ਹਨ ਤੇ ਉਸ ਤੋਂ ਗੁਣਾਂ ਦੀ ਨਿਧੀ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਰਹੇ ਹਨ। ਮੇਰੇ ਮਨ ਗੁਰਮੁਖ ਧਿਆਏ ਹਰ ਸੋਏ। ਹੇ ਮੇਰੇ ਮਨ, ਉਸ ਗੁਰੂ ਦੁਆਰਾ ਉਸ ਹਰੀ ਨੂੰ ਧਿਆਓ, ਕਿਉਂਕਿ ਗੁਰ ਕਾ ਸ਼ਬਦ ਮਨ ਵਸੈ, ਮਨ ਤਨ ਨਿਰਮਲ ਹੋਏ। ਗੁਰੂ ਦਾ ਦਿੱਤਾ ਨਾਮ ਸਿਮਰਨ ਦਾ ਉਪਦੇਸ਼ ਜਦ ਮਨ ਵਿੱਚ ਵਸ ਜਾਵੇ, ਤਦ ਮਨ ਤੇ ਤਨ ਦੋਵੇਂ ਨਿਰਮਲ ਹੋ ਜਾਂਦੇ ਹਨ। ਰਹਾਉ। ਪ੍ਰਸ਼ਨ। ਜਦ ਮਨ ਤਨ ਨਿਰਮਲ ਹੋ ਗਏ, ਤਦ ਕੀ ਵਾਹਿਗੁਰੂ ਦਾ ਮਿਲਾਪ ਕਿਸੇ ਆਪਣੇ ਹੋਰ ਸਾਧਨ ਨਾਲ ਵੀ ਹੋਇਆ ਸੀ? ਉੱਤਰ। ਨਹੀਂ। ਕਰ ਕਿਰਪਾ ਘਰ ਆਇਆ, ਆਪੇ ਮਿਲਿਆ ਆਏ। ਵਾਹਿਗੁਰੂ ਕਿਰਪਾ ਕਰਕੇ ਮੇਰੇ ਹਿਰਦੇ ਵਿੱਚ ਆ ਗਿਆ ਤੇ ਆਪ ਹੀ ਆ ਮਿਲਿਆ। ਗੁਰ ਸਬਦੀ ਸਾਲਾਹੀਐ, ਰੰਗੇ ਸਹਿਜ ਸੁਭਾਇ। ਸੋ ਭਾਈ, ਗੁਰੂ ਦੇ ਦਿੱਤੇ ਸ਼ਬਦ ਦੁਆਰਾ ਜੇ ਹਰੀ ਦੀ ਸਿਫਤ ਸਲਾਹ ਕਰੀਏ ਤਾਂ ਉਹ ਆਪਣੇ ਪ੍ਰੇਮ ਵਿੱਚ ਸਹਿਜ ਸੁਭਾਵ ਆਪੇ ਰੰਗ ਲੈਂਦਾ ਹੈ। ਸੱਚੈ ਸੱਚ ਸਮਾਇਆ, ਮਿਲ ਰਹਿ ਨਾ ਵਿਛੜ ਜਾਏ। ਇਹ ਅਵਸਥਾ ਹੋ ਜਾਏ ਤਾਂ ਸਮਝ ਲਓ ਕਿ ਹੁਣ ਜੀਵ ਸਤ ਸਰੂਪ ਹੋ ਜਾਣ ਕਰਕੇ ਸਤ ਸਰੂਪ ਵਿੱਚ ਸਮਾ ਗਿਆ ਹੈ। ਹੁਣ ਸਦਾ ਮਿਲਿਆ ਰਹੇਗਾ, ਕਦੇ ਵਿਛੜ ਨਹੀਂ ਜਾਏਗਾ। ਜੋ ਕਿਛ ਕਰਨਾ ਸੋ ਕਰ ਰਹਿਆ, ਅਵਰ ਨਾ ਕਰਨਾ ਜਾਏ। ਹਾਂ, ਹੁਣ ਇਹ ਵੀ ਦਿਸ ਪੈਂਦਾ ਹੈ ਕਿ ਜੋ ਕੁਛ ਕਰਨਾ ਹੁੰਦਾ ਹੈ ਉਹ ਹਰੀ ਆਪ ਹੀ ਕਰ ਰਿਹਾ ਹੈ।
ਹੋਰ ਕੁਛ ਕੀਤਾ ਜਾ ਹੀ ਨਹੀਂ ਸਕਦਾ। ਚਿਰੀ ਵਿਸ਼ੁੰਨੇ ਮੇਲਿਆਨ ਸਤਿਗੁਰ ਪੰਨੈ ਪਾਏ। ਦੇਖੋ ਸਾਨੂੰ ਚਿਰਾਂ ਦੇ ਵਿਛੜਿਆਂ ਨੂੰ ਸਾਈਂ ਨੇ ਸਤਿਗੁਰੂ ਦੇ ਪੰਨੇ ਪਾ ਕੇ ਆਪੇ ਆਪਣੇ ਨਾਲ ਮੇਲ ਲਿਆ ਹੈ। ਆਪੇ ਕਾਰ ਕਰਾਏ ਸੀ ਅਵਰ ਨ ਕਰਨਾ ਜਾਏ। ਅੱਗੋਂ ਦਾ ਫਿਕਰ ਵੀ ਬਾਕੀ ਨਹੀਂ, ਜੋ ਕਾਰ ਸਾਥੋਂ ਕਰਾਉਣੀ ਹੈ ਆਪੇ ਹੀ ਕਰਾਏਗਾ, ਕਿਉਂਕਿ ਹੁਣ ਹੋਰ ਕੁਛ ਕੀਤਾ ਜਾ ਹੀ ਨਹੀਂ ਸਕਦਾ। ਮਨ ਤਨ ਰੱਤਾ ਰੰਗ ਸਿਓ ਹਉ ਮੈਂ ਤਜ ਵਿਕਾਰ। ਹੁਣ ਅਵਸਥਾ ਤੇ ਅਮਲ ਇਹ ਹੈ, ਮਨ ਤੇ ਤਨ ਵਾਹਿਗੁਰੂ ਪ੍ਰੇਮ ਨਾਲ ਰੰਗੀਚ ਰਿਹਾ ਹੈ, ਹਉਮੈ ਦਾ ਵਿਕਾਰ ਹੈ ਹੀ ਨਹੀਂ। ਇਹ ਨਿਸ ਹਿਰਦੈ ਰਵ ਰਹੈ ਨਿਰਭਉ ਨਾਮ ਨਿਰੰਕਾਰ। ਨਿਰੰਕਾਰ ਦਾ ਨਿਰਭਉ ਕਰਨੇ ਵਾਲਾ ਨਾਮ ਦਿਨ ਰਾਤ ਹਿਰਦੇ ਵਿੱਚ ਵਸ ਰਿਹਾ ਹੈ। ਨਾਨਕ ਆਪ ਮਿਲਾਇਨ ਪੂਰੈ ਸ਼ਬਦ ਅਪਾਰ। ਹੇ ਨਾਨਕ, ਨਿਰੰਕਾਰ ਜੀ ਨੇ ਪੂਰੇ ਤੇ ਪਾਰ ਰਹਿਤ ਸ਼ਬਦ ਦੁਆਰਾ ਸਾਨੂੰ ਆਪ ਆਪਣੇ ਨਾਲ ਮੇਲ ਰੱਖਿਆ ਹੈ। ਵਿਆਖਿਆ। ਆਰੰਭ ਵਿੱਚ ਹੀ ਆਪਣੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਪ੍ਰਾਪਤ ਹੋਏ ਸੁੱਖ ਦਾ ਤੇ ਉਹਨਾਂ ਤੋਂ ਹੋ ਰਹੇ ਜਗਤ ਉਪਕਾਰ ਦਾ ਵਰਣਨ ਕਰ ਰਹੇ ਹਨ। ਉਹਨਾਂ ਦੀ ਧਨਤਾ ਇਤਨੀ ਉਛਲ ਕੇ ਨਿਕਲਦੀ ਹੈ ਕਿ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਆਸ਼ੀਰਵਾਦਾਂ ਦਿੰਦੀ ਹੈ। ਰਹਾਉ ਵਿੱਚ ਆਪਣੇ ਮਨ ਪ੍ਰਤ ਨਾਮ ਦਾ ਉਪਦੇਸ਼ ਹੈ, ਜੋ ਗੁਰ ਸ਼ਬਦ ਦੁਆਰਾ ਪ੍ਰਾਪਤ ਹੋਇਆ ਹੈ। ਇਹ ਅਸਲ ਉਪਦੇਸ਼ ਨਹੀਂ, ਦਿਲ ਦੀ ਨਾਮ ਖਚਿਤ ਅਵਸਥਾ ਦਾ ਵਰਣਨ ਹੈ, ਜਿਸ ਤੋਂ ਕਿ ਸ਼ੁੱਧ ਅਵਸਥਾ ਪ੍ਰਾਪਤ ਹੋ ਗਈ ਹੈ। ਰਹਾਉ ਤੋਂ ਬਾਅਦ ਫਿਰ ਈਸ਼ਵਰ ਦੀ ਪ੍ਰਾਪਤੀ ਉਸ ਦੀ ਮਿਹਰ ਦੁਆਰਾ ਦੱਸੀ ਹੈ, ਪਰ ਇਹ ਇੱਕ ਖਾਸ ਮਿਹਰ ਦਾ ਜ਼ਿਕਰ ਹੈ। ਮਨ ਨਿਰਮਲ ਹੋ ਜਾਣਾ ਇੱਕ ਪ੍ਰਾਪਤੀ ਹੈ, ਪਰ ਵਾਹਿਗੁਰੂ ਦਾ ਜੀਵ ਨੂੰ ਮੇਲ ਲੈਣਾ ਜਾਂ ਆ ਮਿਲਣਾ ਇਹ ਉਸ ਦੀ ਉਸ ਤੋਂ ਉੱਪਰ ਦੀ ਕਿਰਪਾ ਦੀ ਲੀਲਾ ਹੈ। ਜੀਵ ਦਾ ਕੋਈ ਸਾਧਨ ਸਵਯੰ ਇਹ ਪ੍ਰਾਪਤ ਨਹੀਂ ਕਰ ਸਕਦਾ। ਇਸਤਰੀ ਦਾ ਮਨ ਤਨ ਕਰਕੇ ਪਤੀ ਪਰਾਇਣ ਹੋ ਜਾਣਾ ਬੜੀ ਭਾਰੀ ਖੂਬੀ ਹੈ, ਪਰ ਪਤੀ ਦਾ ਗਲ ਲਾਉਣਾ ਪਤੀ ਦੀ ਆਪਣੀ ਲੀਲਾ ਹੈ। ਬਾਹਾ ਪਕਰ ਪਰੇ ਸੇਜੈ ਆਨੀ, ਆਸਾ ਮਹੱਲਾ ਪੰਜਵਾ। ਐਸਾ ਜਿਹੜਾ ਚੋਜ ਉਸ ਦਾ ਆਪਣਾ ਸੁਤੰਤਰ ਚੋਜ ਹੈ। ਅੰਕ 2 ਵਿੱਚ ਇਸ ਲੀਲਾ ਵੱਲ ਇਸ਼ਾਰਾ ਹੈ ਕਿ ਆਪੇ ਕਿਰਪਾ ਕਰਕੇ ਸਾਡੇ ਅੰਦਰ ਆ ਗਿਆ। ਹਾਂ, ਆਪ ਹੀ ਆ ਮਿਲਿਆ ਤੇ ਸਾਨੂੰ ਆਪਣੇ ਪਿਆਰ ਵਿੱਚ ਰੰਗ ਲਿਆ ਤੇ ਸਾਡੇ ਸ਼ੁੱਧ ਆਤਮਾ ਨੂੰ ਆਪਣੇ ਸਰਬ ਵਿਆਪੀ ਸਤ ਸਰੂਪ ਵਿੱਚ ਲੈ ਗਿਆ। ਹੁਣ ਮੇਲ ਸदैवी ਹੈ, ਹੁਣ ਵਿਛੜਨਾ ਨਹੀਂ ਹੋ ਸਕਦਾ। ਸਖੀ ਵਾਸੇ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤੈ। ਗੌੜੀ ਮਹੱਲਾ ਪੰਜਵਾ ਸ਼ੰਤ। ਅੰਕ 3 ਵਿੱਚ ਇਸੇ ਖਿਆਲ ਦੀ ਨਿਆ ਜਾਰੀ ਹੈ, ਪਰ ਇਸ ਵਿੱਚ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਫਿਰ ਗੁਰੂ ਕਿਰਤੱਗਿਅਤਾ ਆਈ ਹੈ ਕਿ ਅਸੀਂ ਚਿਰਾਂ ਦੇ ਵਿਛੜੇ ਸਾਂ, ਸਾਈਂ ਨੇ ਮੇਲ ਲਏ ਹਾਂ। ਕਿਵੇਂ? ਸਤਿਗੁਰੂ ਦੇ ਪੰਨੇ ਪਾ ਕੇ। ਪੰਨਾ ਨਾਮ ਵਹੀ ਦੇ ਪੱਤਰੇ ਦਾ ਹੈ। ਜਿਨ੍ਹਾਂ ਦਾ ਇਤਬਾਰ ਸ਼ਾਹ ਦੇ ਘਰ ਹੋ ਜਾਵੇ, ਉਹਨਾਂ ਦਾ ਨਾਉ ਵਹੀ ਤੇ ਚੜ੍ਹ ਜਾਂਦਾ ਹੈ। ਉਹ ਪੂਰੇ ਇਤਬਾਰੀ ਹੋ ਜਾਂਦੇ ਹਨ, ਜੈਸਾ ਕਿ ਸਤਿਗੁਰੂ ਜੀ ਦਾ ਆਪਣਾ ਵਾਕ ਹੈ, ਨਾਨਕ ਤਿਨ ਕਾ ਆਖਿਆ ਆਪ ਸੁਣੇ, ਜੇ ਲਇਨ ਪੰਨੈ ਪਾਏ। ਬਿਲਾਵਲ ਵਾਰ ਮਹੱਲਾ ਤੀਜਾ। ਇਸ ਸ਼ਬਦ ਵਿੱਚ ਵਾਕ ਹੈ ਸਤਿਗੁਰ ਪੰਨੈ ਪਾਏ। ਸਤਿਗੁਰੂ ਦੇ ਪੰਨੇ ਪਾ ਕੇ ਸ਼ਾਹਾਂ ਦੀਆਂ ਵਹੀਆਂ ਵਿੱਚ ਬੇਤਬਾਰੇ ਵਪਾਰੀਆਂ ਦੇ ਨਾਵਾਂ ਦੇ ਖਾਤੇ ਨਹੀਂ ਖੁੱਲ੍ਹਦੇ। ਵਹੀ ਦੇ ਪੰਨੇ ਤੇ ਨਾਂ ਦਰਜ ਹੋਣਾ ਹੈ ਪੰਨੇ ਪੈਣਾ, ਭਾਵ ਹੈ ਸਾਈਂ ਦੇ ਪਿਆਰ ਵਿੱਚ ਆ ਜਾਣਾ। ਸਤਿਗੁਰੂ ਦੇ ਪੰਨੇ ਪਾ ਕੇ ਸਾਨੂੰ ਮੇਲ ਲਿਆ ਹੈ ਕਿ ਜਿੱਥੇ ਸਾਡੇ ਸਤਿਗੁਰੂ ਦਾ ਨਾਮ ਦਰਜ ਸੀ, ਉੱਥੇ ਸਾਡਾ ਨਾਮ ਲਿਖ ਲਿਆ। ਇਸ ਵਿੱਚ 2 ਸੈਣਤਾਂ ਹਨ।
ਇੱਕ ਤਾਂ ਇਹ ਕਿ ਸਾਡੇ ਤੇ ਮਿਹਰ ਗੁਰੂ ਦੀ ਤਫੈਲ ਹੋਈ ਹੈ, ਦੂਸਰੀ ਇਹ ਕਿ ਇਤਨੀ ਮਿਹਰ ਹੋਈ ਹੈ ਕਿ ਨਿਰੀ ਸਿੱਖੀ ਹੀ ਨਹੀਂ, ਗੁਰਿਆਈ ਵੀ ਸਾਨੂੰ ਬਖਸ਼ੀ ਗਈ ਹੈ। ਅੱਗੇ ਹੁਣ ਹੋਰ ਕਟਾਖ ਹੈ ਕਿ ਇਹ ਕੁਛ ਪਾ ਕੇ ਸਾਈਂ ਮਿਲਾਪ ਵਿੱਚ ਮਿਲ ਕੇ ਵੀ ਅਸੀਂ ਅਕਰੈ ਨਹੀਂ ਹੋ ਗਏ। ਅਸੀਂ ਅਹਨਿਸ ਹਿਰਦੈ ਰਵ ਰਹਿ ਨਿਰਭਉ ਨਾਮ ਨਿਰੰਕਾਰ ਵਾਲੇ ਭਗਤੀ ਰੰਗ ਵਿੱਚ ਖੇਲ ਰਹੇ ਹਾਂ। ਨਿਰੁਕਤ ਪ੍ਰਧਾਨ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਪ੍ਰਧਾਨ ਭਾਵ ਮੁਖੀਆ, ਸਭ ਤੋਂ ਵੱਡਾ, ਪਰਮ ਸ਼੍ਰੇਸ਼ਟ। ਨਿਰਮਲ ਦਾ ਭਾਵ ਹੈ ਮੈਲ ਤੋਂ ਰਹਿਤ, ਹਉ ਜਾਂ ਅਵਿਦਿਆ ਦੀ ਮੈਲ ਤੋਂ ਰਹਿਤ, ਸ਼ੁੱਧ। ਅੰਕ 4 ਵਿੱਚ ਹਉਮੈ ਤਜ ਵਿਕਾਰ ਕਹਿ ਕੇ ਨਿਰਮਲ ਦਾ ਅਰਥ ਆਪ ਹੀ ਦੱਸ ਦਿੱਤਾ ਹੈ। ਘਰ ਦਾ ਭਾਵ ਹੈ ਘਰ ਵਿੱਚ, ਹਿਰਦੇ ਵਿੱਚ, ਮੇਰੇ ਹਿਰਦੇ ਵਿੱਚ। ਕਈ ਦਾਨੇ ਸੱਜਣ ਇਉਂ ਵੀ ਕਰਦੇ ਹਨ ਕਿ ਮਨ ਤਾਂ ਆਪਣੇ ਘਰ ਵਿੱਚ ਆ ਗਿਆ, ਧਾਵਨੋਂ ਹਟ ਕੇ ਟਿਕ ਗਿਆ ਤੇ ਆਪੇ ਮਿਲਿਆ ਆਏ ਵਾਹਿਗੁਰੂ। ਸੱਚੇ ਸੱਚ ਦਾ ਭਾਵ ਹੈ ਸੱਚੇ ਹੋ ਜਾਣੇ ਕਰਕੇ ਸੱਚ ਵਿੱਚ ਮਨੁੱਖ ਦਾ ਆਪਾ ਸਵੱਛ ਹੋ ਕੇ ਸ਼ੁੱਧ ਸਤ ਸਰੂਪ ਹੋ ਜਾਂਦਾ ਹੈ। ਉਹ ਫਿਰ ਵਿਆਪਕ ਸੱਚ, ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਇਸ ਵਿੱਚ ਤਦਰੂਪ ਕਰ ਲਿਆ ਜਾਂਦਾ ਹੈ। ਸੱਚੇ ਨਾਮ ਦੁਆਰਾ ਸੱਚ ਵਿੱਚ। ਪੰਨੈ ਦਾ ਭਾਵ ਹੈ ਪੰਜਾਬੀ ਵਿੱਚ ਪੰਨਾ, ਸੰਸਕ੍ਰਿਤੀ ਵਿੱਚ ਪਰਣੰ, ਪ੍ਰਾਕਿਰਤੀ ਵਿੱਚ ਪਾਣ। ਪੱਤਰਾ ਵਹੀ ਦਾ ਪੱਤਰਾ, ਪੰਨੈ ਪੈਣਾ ਹੈ ਇਤਬਾਰੀ ਹੋਣਾ। ਸ਼ਾਹੂਕਾਰ ਵਹੀ ਵਿੱਚ ਉਹਨਾਂ ਦੇ ਨਾਮ ਦੇ ਖਾਤੇ ਖੋਲ੍ਹਦੇ ਹਨ ਜੋ ਇਤਬਾਰੀ ਹੁੰਦੇ ਹਨ। ਫਿਰ ਜੋ ਵੱਡੇ ਦਰਜਿਆਂ ਤੇ ਚੜ੍ਹਦੇ ਹਨ ਉਹਨਾਂ ਦੇ ਨਾਮ ਦਫ਼ਤਰਾਂ ਵਿੱਚ ਲਿਖੇ ਜਾਂਦੇ ਹਨ। ਇੱਥੇ ਸਤਿਗੁਰ ਪੰਨੈ ਪਾਏ ਹੈ, ਭਾਵ ਦੋ ਹੋ ਗਏ ਹਨ ਕਿ ਅਸੀਂ ਵਾਹਿਗੁਰੂ ਦਰ ਇਤਬਾਰ ਜੋਗ ਗੁਰੂ ਕਰਕੇ ਹੋਏ ਹਾਂ। ਜਿਸ ਪੰਨੇ ਉਹਨਾਂ ਦਾ ਨਾਮ ਦਰਜ ਹੈ ਉੱਥੇ ਉਹਨਾਂ ਦੇ ਇਤਬਾਰ ਤੇ ਸਾਡਾ ਨਾਮ ਲਿਖਿਆ ਗਿਆ ਹੈ। ਵਾਹਿਗੁਰੂ ਪ੍ਰਾਪਤੀ ਗੁਰੂ ਦਾ ਸਦਕਾ ਹੋਈ ਹੈ। ਦੂਸਰਾ ਕਟਾਖ ਇਹ ਹੈ ਕਿ ਅਸੀਂ ਕੇਵਲ ਸ਼ਾਹ ਦੇ ਇਤਬਾਰੀ ਵਪਾਰੀ ਹੀ ਨਹੀਂ ਬਣੇ, ਸਾਡਾ ਨਾਮ ਸੱਚੇ ਸ਼ਾਹ ਨੇ ਆਪਣੀ ਗੁਰੂ ਵਹੀ ਵਿੱਚ ਲਿਖਿਆ ਹੈ। ਭਾਵ ਸਾਡੇ ਤੇ ਇਹ ਮਿਹਰ ਹੋਈ ਹੈ ਕਿ ਗੁਰੂ ਪਦ ਦੀ ਵਡਿਆਈ ਬਖਸ਼ੀ ਗਈ ਹੈ। ਨਿਰਭਉ ਨਾਮ ਨਿਰੰਕਾਰ ਦਾ ਭਾਵ ਨਿਰੰਕਾਰ ਦਾ ਨਿਰਭਉ ਕਰਨੇ ਵਾਲਾ ਨਾਮ। ਸੂਚਨਾ ਗੁਰੂ ਜੀ ਦਾ ਇਹ ਕੁਝ ਕਹਿਣਾ ਬੜਾ ਨਿਮਰਤਾ ਤੇ ਸੁੱਚੇ ਪਿਆਰ ਦਾ ਸੂਚਕ ਹੈ। ਆਪ ਜੀ ਸਾਈਂ ਗੁਰੂ ਜੋਤੀ ਵਿੱਚੋਂ ਸਨ, ਜਿਵੇਂ ਗੁਰੂ ਨਾਨਕ ਦੇਵ ਜੀ ਸਨ। ਗੁਰੂ ਨਾਨਕ ਦੇਵ ਜੀ ਨੇ ਗੁਰ ਆਦਰਸ਼ ਪੂਰਨ ਦੱਸਣਾ ਸੀ, ਪਰ ਆਪ ਨੇ ਗੁਰੂ ਅੰਗਦ ਦੇਵ ਜੀ ਵਾਂਗ ਹੀ ਜਗਤ ਨੂੰ ਪਹਿਲਾਂ ਗੁਰਸਿੱਖੀ ਦਾ ਪੂਰਨ ਆਦਰਸ਼ ਦਿਖਾਉਣਾ ਸੀ, ਫਿਰ ਗੁਰੂ ਦਾ ਪੂਰਾ ਆਦਰਸ਼ ਦੱਸਣਾ ਸੀ। ਇਸ ਕਰਕੇ ਗੁਰੂ ਦਰ ਅੱਪੜਦੇ ਤਾਈਂ ਆਪ ਪਰਮਾਰਥ ਦੇ ਖੋਜੀ ਤੇ ਘਾਲੀ ਟਿਕੇ ਰਹੇ। ਜਦ ਗੁਰੂ ਦਰ ਅੱਪੜੇ ਤਾਂ ਨਾਮ ਮਿਹਰ ਦੁਆਰਾ ਆਪਣੇ ਅਸਲੀ ਗੁਰੂ ਜੋਤੀ ਰੂਪ ਵਿੱਚ ਆ ਕੇ ਚਮਕੇ ਤੇ ਗੁਰਗੱਦੀ ਤੇ ਬਿਰਾਜੇ। ਪ੍ਰਾਕਥਨ ਪਰਮੇਸ਼ਰ ਦਾ ਅੰਤ ਪਾ ਸਕਣਾ ਨਹੀਂ ਹੋ ਸਕਦਾ, ਪਰ ਪਰਮੇਸ਼ਰ ਜੀ ਨੂੰ ਪ੍ਰਾਪਤ ਹੋ ਸਕੀਦਾ ਹੈ। ਉਸ ਦੀ ਪ੍ਰਾਪਤੀ ਦਾ ਤਰੀਕਾ ਹਉ ਨਿਵਰਤੀ ਵਿੱਚ ਹੈ। ਹਉ ਨਿਵਰਤੀ ਨਾਮ ਨਾਲ ਹੈ, ਨਾਮ ਗੁਰੂ ਮਿਹਰ ਨਾਲ ਹੈ। ਸ੍ਰੀ ਰਾਗ ਮਹੱਲਾ ਤੀਜਾ। ਪ੍ਰਸ਼ਨ। ਪਿਛਲੇ ਸ਼ਬਦ ਦੇ ਅੰਤ ਵਿੱਚ ਆਪ ਜੀ ਨੇ ਹਰੀ ਨੂੰ ਨਿਰੰਕਾਰ ਦੱਸਿਆ ਹੈ। ਜੋ ਨਿਰਆਕਾਰ ਹੈ ਉਸ ਦਾ ਅੰਤ ਕਿਹਕੂ ਪਾਈਦਾ ਹੈ? ਉੱਤਰ। ਗੋਵਿੰਦ ਗੁਣੀ ਨਿਧਾਨ ਹੈ, ਅੰਤ ਨਾ ਪਾਇਆ ਜਾਏ। ਗੋਬਿੰਦ ਨਿਰੰਕਾਰ ਤੇ ਨਿਰਗੁਣ ਹੈ, ਪਰ ਨਾਲ ਸਰਗੁਣ ਵੀ ਹੈ। ਸਗੋਂ ਉਹ ਸਾਰੇ ਗੁਣਾਂ ਦਾ ਭੰਡਾਰ ਹੈ, ਪਰ ਫੇਰ ਵੀ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਕਿੰਤੂ ਉਸ ਨੂੰ ਪਾ ਸਕੀਦਾ ਹੈ, ਪਰ ਕਥਨੀ ਬਦਨੀ ਨਾ ਪਾਈਐ, ਹਉਮੈ ਵਿੱਚ ਹੋ ਜਾਏ। ਮੂੰਹ ਦੀਆਂ ਗੱਲਾਂ ਨਾਲ ਨਹੀਂ ਪਾਇਆ ਜਾਂਦਾ। ਉਹ ਤਾਂ ਪਾਇਆ ਜਾਂਦਾ ਹੈ ਜੇ ਸਾਡੇ ਵਿੱਚੋਂ ਹਉਮੈ ਚਲੀ ਜਾਵੇ।
ਸਤਿਗੁਰ ਮਿਲਿਐ ਸਦ ਭੈ ਰਚੈ, ਆਪ ਵਸੈ ਮਨ ਆਏ। ਉਸ ਦੀ ਜੁਗਤ ਇਹ ਹੈ ਕਿ ਸਿੱਖ ਸਤਿਗੁਰੂ ਦੇ ਮਿਲ ਪੈਣ ਨਾਲ ਵਾਹਿਗੁਰੂ ਜੀ ਦੇ ਡਰ ਵਿੱਚ ਸਦੀਵ ਰਹਿਣ ਲੱਗ ਪੈਂਦਾ ਹੈ। ਇਸ ਨਾਲ ਹਉਮੈ ਦੂਰ ਹੋ ਜਾਂਦੀ ਹੈ। ਤਦ ਵਾਹਿਗੁਰੂ ਆਪ ਇਸ ਦੇ ਮਨ ਵਿੱਚ ਆ ਵਸਦਾ ਹੈ। ਭਾਈ ਰੇ ਗੁਰਮੁਖ ਬੂਝੈ ਕੋਇ। ਹੇ ਭਾਈ, ਕੋਈ ਵਿਰਲਾ ਹੀ ਗੁਰੂ ਦੁਆਰਾ ਬੁੱਝਦਾ ਹੈ। ਬਿਨ ਬੂਝੇ ਕਰਮ ਕਮਾਵਣੇ, ਜਨਮ ਪਦਾਰਥ ਖੋਏ। ਰਹਾਉ। ਗੁਰ ਉਪਦੇਸ਼ ਨੂੰ ਬੁੱਝੇ ਬਿਨਾ ਜੋ ਕਰਮ ਕਮਾਉਣੇ ਹਨ, ਭਾਵ ਹੈ ਗੁਰ ਉਪਦੇਸ਼ ਦੁਆਰਾ ਦਿੱਤੇ ਗਏ ਨਾਮ ਨੂੰ ਸਮਝ ਲੈਣਾ ਕਿ ਨਾਮ ਮੁਕਤੀ ਦਾਤਾ ਹੈ। ਇਹ ਗੱਲ ਅੰਕ 2 ਦੀ ਦੂਸਰੀ ਸਤਰ ਤੋਂ ਸਬੂਤ ਹੋ ਜਾਂਦੀ ਹੈ। ਅੰਮ੍ਰਿਤ ਸਾਚਾ ਨਾਮ ਹੈ। ਉਹ ਮਨੁੱਖਾ ਜਨਮ ਰੂਪੀ ਪਦਾਰਥ ਨੂੰ ਬਿਰਥਾ ਗਵਾ ਦੇਣਾ ਹੈ। ਰਹਾਉ। ਜਿਨੀ ਚਾਖਿਆ ਤਿਨੀ ਸਾਧ ਪਾਇਆ, ਬਿਨ ਚਾਖੇ ਭਰਮ ਭੁਲਾਏ। ਕਿਉਂਕਿ ਗੁਰ ਉਪਦੇਸ਼ ਦੀ ਕਮਾਈ ਦੇ ਰਸ ਨੂੰ ਜਿਨ੍ਹਾਂ ਨੇ ਚਖਿਆ ਹੈ, ਉਹਨਾਂ ਨੇ ਹੀ ਉਸ ਦਾ ਸਵਾਦ ਪਾਇਆ ਹੈ। ਚਖੇ ਬਿਨਾ ਜੀਵ ਭਰਮ ਵਿੱਚ ਭੁੱਲਾ ਰਹਿੰਦਾ ਹੈ। ਅੰਮ੍ਰਿਤ ਸਾਚਾ ਨਾਮ ਹੈ, ਕਹਿਣਾ ਕਛੂ ਨਾ ਜਾਏ। ਹਾਂ, ਸੱਚਾ ਨਾਮ ਅੰਮ੍ਰਿਤ ਵਾਂਗੂ ਮਿੱਠਾ ਹੈ। ਉਸ ਦੀ ਮਹਿਮਾ ਕੁਛ ਨਹੀਂ ਕਹੀ ਜਾ ਸਕਦੀ। ਪੀਵਤ ਹੂ ਪਰਵਾਨ ਭਇਆ, ਪੂਰੇ ਸ਼ਬਦ ਸਮਾਏ। ਜਿਸ ਨੇ ਪੂਰੇ ਗੁਰੂ ਦੇ ਉਪਦੇਸ਼ ਵਿੱਚ ਸਮਾ ਕੇ ਪੀ ਲਿਆ ਹੈ, ਉਹ ਪੀਂਦਿਆਂ ਹੀ ਦਰਗਾਹੇ ਕਬੂਲ ਪੈ ਗਿਆ। ਆਪੇ ਦੇ ਤਾ ਪਾਈਐ, ਹੋਰ ਕਰਨਾ ਕਿਛੂ ਨਾ ਜਾਏ। ਇਹ ਦਾਤ ਵਾਹਿਗੁਰੂ ਆਪੇ ਦੇਵੇ ਤਾਂ ਪਾਈ ਦੀ ਹੈ। ਹੋਰ ਜੀਵਾਂ ਤੋਂ ਕੁਛ ਨਹੀਂ ਕੀਤਾ ਜਾ ਸਕਦਾ, ਜਿਸ ਕਰਕੇ ਇਹ ਆਪਣੇ ਬਲ ਨਾਲ ਪਾ ਲੈਣ। ਦੇਵਨ ਵਾਲੇ ਕੈ ਹੱਥ ਦਾਤ ਹੈ, ਗੁਰੂ ਦੁਆਰੇ ਪਾਏ। ਹਾਂ, ਦਾਤ ਹੈ ਤਾਂ ਦੇਣ ਵਾਲੇ ਵਾਹਿਗੁਰੂ ਦੇ ਹੱਥ ਵਿੱਚ, ਪਰ ਜੀਵ ਇਹ ਪਾਉਂਦਾ ਗੁਰੂ ਦੇ ਦੁਆਰੇ ਹੀ ਹੈ। ਜੇਹਾ ਕੀ ਤੋਣ ਤੇਹਾ ਹੋਆ, ਜਿਹੇ ਕਰਮ ਕਮਾਏ। ਜਿਹੋ ਕੁਛ ਜੀ ਨੇ ਕੀਤਾ ਤੇਹੋ ਜਿਹਾ ਹੋ ਗਿਆ, ਜਿਹੇ ਕਰਮ ਕਮਾਏ ਤੇਹੋ ਜਿਹੇ ਬਣ ਗਏ। ਭਾਵ ਜੀਵਾਂ ਦੇ ਕਰਮ ਗੁਰੂ ਦੀ ਪ੍ਰਾਪਤੀ ਤੇ ਵਾਹਿਗੁਰੂ ਦੀ ਮਿਹਰ ਦਾ ਕੋਈ ਸੰਗਮ ਹੈ। ਪ੍ਰਸ਼ਨ। ਜਤ ਸਤ ਸੰਜਮ ਇਹ ਕਾਫੀ ਨਹੀਂ? ਉੱਤਰ। ਜਤ ਸਤ ਸੰਜਮ ਨਾਮ ਹੈ, ਵਿਨ ਨਾਵੈ ਨਿਰਮਲ ਨਾ ਹੋਏ। ਅਸੀਂ ਜੋ ਨਾਮ ਦੱਸ ਰਹੇ ਹਾਂ, ਇਹੋ ਨਾਮ ਹੀ ਜਾਤ ਸਤ ਦੇ ਸੰਜਮ ਹੈ। ਨਾਮ ਤੋਂ ਬਿਨਾ ਮਨ ਹਉਮੈ ਤੋਂ ਨਿਰਮਲ ਨਹੀਂ ਹੁੰਦਾ। ਪੂਰੇ ਭਾਗ ਨਾਮ ਮਨ ਵਸੈ, ਸ਼ਬਦ ਮਿਲਾਵਾ ਹੋਏ। ਪੂਰੇ ਭਾਗ ਹੋਣ ਤਾਂ ਨਾਮ ਮਨ ਵਿੱਚ ਵਸਦਾ ਹੈ ਅਤੇ ਵਾਹਿਗੁਰੂ ਨਾਲ ਮਿਲਾਪ ਗੁਰੂ ਦੇ ਸ਼ਬਦ ਦੁਆਰਾ ਹੁੰਦਾ ਹੈ। ਨਾਨਕ ਸਹਿਜੇ ਹੀ ਰੰਗ ਵਰਤਦਾ, ਹਰ ਗੁਣ ਪਾਵੈ ਸੋਏ। ਸਹਿਜੇ ਭਾਵ ਨਾਮ ਮਾਰਗ ਦੁਆਰਾ ਹੀ, ਹੇ ਨਾਨਕ, ਜੋ ਹਰੀ ਦੇ ਪ੍ਰੇਮ ਵਿੱਚ ਵਰਤਦਾ ਹੈ, ਹਰੀ ਦੇ ਗੁਣ ਉਹ ਪ੍ਰਾਪਤ ਕਰਦਾ ਹੈ। ਭਾਵ ਪਹਿਲੀ ਤੁਕ ਵਿੱਚ ਜੋ ਗੋਬਿੰਦ ਗੁਣੀ ਨਿਧਾਨ ਕਿਹਾ ਸੀ, ਉਸ ਵੱਲ ਸੈਣਤ ਹੈ। ਵਾਹਿਗੁਰੂ ਦਾ ਪ੍ਰੇਮੀ ਵੀ ਅੰਤ ਤਾਂ ਨਹੀਂ ਲੈ ਸਕਦਾ, ਪਰ ਹਰੀ ਦੇ ਗੁਣ ਸਾਰੇ ਉਸ ਵਿੱਚ ਆਵੇਸ਼ ਕਰਨਗੇ। ਮੁਰਾਦ ਹੈ ਕਿ ਹਰੀ ਵਿੱਚ ਸਮਾਏਗਾ, ਜਿਸ ਤਰ੍ਹਾਂ ਗੁਣ ਕਹਿ ਗੁਣੀ ਸਮਾਵਣਿਆ। ਮਾਝ ਮਹੱਲਾ ਤੀਜਾ, ਅਸ਼ਟਪਦੀਆਂ। ਵਿਆਖਿਆ। ਵਾਹਿਗੁਰੂ ਨਿਰਾਕਾਰ ਹੈ, ਇਸ ਕਰਕੇ ਨਿਰਾਕਾਰ ਨੂੰ ਕੋਈ ਕੀਕੂ ਜਾਣੇ। ਫਰਮਾਉਂਦੇ ਹਨ ਕਿ ਨਿਰਾਕਾਰ ਤੇ ਨਿਰਗੁਣ ਹੈ, ਪਰ ਸਾਰੇ ਗੁਣਾਂ ਦਾ ਆਸਰਾ, ਸਾਰੇ ਗੁਣਾਂ ਦਾ ਭੰਡਾਰ ਵੀ ਉਹ ਹੈ। ਜੀਵ ਮਿੱਤ ਵਾਲਾ ਹੋਣ ਕਰਕੇ ਅਮਿੱਤ ਦਾ ਅੰਤ ਨਹੀਂ ਲੈ ਸਕਦਾ, ਪਰ ਉਸ ਦੇ ਚਰਨਾਂ ਦੀ ਸ਼ਰਨ ਪ੍ਰਾਪਤ ਹੋ ਕੇ ਉਸ ਨੂੰ ਪਾ ਸਕਦਾ ਹੈ।
ਜਿਵੇਂ ਕੋਈ ਜੀਵ ਸਮੁੰਦਰ ਤੱਕ ਪਹੁੰਚ ਕੇ ਸਮੁੰਦਰ ਨੂੰ ਪ੍ਰਾਪਤ ਹੋ ਜਾਂਦਾ ਹੈ, ਅੰਤ ਨਹੀਂ ਲੈ ਸਕਦਾ। ਪਰ ਇਹ ਪ੍ਰਾਪਤੀ ਵੀ ਗੱਲਾਂ ਨਾਲ, ਸ਼ਸਤਰਾਂ ਦੀਆਂ ਵਾਰਤਾਂ, ਸਾਧੂਆਂ ਦੀਆਂ ਕਥਾ ਆਦਿ ਜਾਂ ਆਪ ਕਹਿਣ ਕਹਾਉਣ ਨਾਲ ਨਹੀਂ, ਇਹ ਅੰਦਰੋਂ ਹਉਮੈ ਦੂਰ ਕਰਨ ਨਾਲ ਹੁੰਦੀ ਹੈ। ਕਿਉਂਕਿ ਸਾਡੇ ਤੇ ਉਸ ਦੇ ਵਿੱਚ ਪਰਦਾ ਹੀ ਹਉਦਾ ਹੈ, ਜਿਸ ਤਰ੍ਹਾਂ ਹਉ ਹਉ ਭੀਤ ਭਇਓ ਹੈ ਬੀਚੋ। ਸੋਰਠ ਮਹੱਲਾ ਪੰਜਵਾ। ਅੱਗੇ ਚੱਲ ਕੇ ਦੱਸਦੇ ਹਨ ਕਿ ਹਉ ਦੂਰ ਨਾਮ ਨਾਲ ਹੁੰਦੀ ਹੈ, ਨਾਮ ਗੁਰੂ ਉਪਦੇਸ਼ ਨਾਲ ਮਿਲਦਾ ਹੈ। ਫਿਰ ਦੱਸਦੇ ਹਨ ਮਿਹਰ ਵਾਹਿਗੁਰੂ ਦੀ ਅਤੇ ਨਾਮ ਬਖਸ਼ਿਸ਼ ਗੁਰੂ ਦੀ ਲੋੜੀਏ। ਪਰ ਜੀਵ ਬਣ ਉਹ ਕੁਛ ਰਹੇ ਹਨ ਜਿਹੋ ਜਿਹੇ ਕਰਮ ਕਰਦੇ ਹਨ। ਇਸ ਤੋਂ ਸਿੱਟਾ ਨਿਕਲਿਆ ਕਿ ਜੀਵ ਨੂੰ ਆਪ ਵੀ ਪਾਵਨ ਕਰਮਾਂ ਨਾਲ ਆਪਾ ਸਵਾਰਨਾ ਚਾਹੀਏ। ਜੇ ਨਾਮ ਨੂੰ ਲੱਗ ਪਵੇ ਤਾਂ ਮਨ ਸਰੀਰ ਨਿਰਮਲ ਹੋ ਜਾਣਗੇ, ਹਉ ਹਟੇਗੀ, ਪ੍ਰੇਮ ਪਵੇਗਾ ਤੇ ਸਾਈਂ ਪ੍ਰਾਪਤ ਹੋ ਜਾਏਗਾ। ਸਿੱਟਾ ਇਹ ਕਿ ਕਰਮ ਆਪਣੇ, ਮਿਹਰ ਸਾਈਂ ਦੀ ਤੇ ਪ੍ਰਸਾਦ ਗੁਰੂ ਦਾ ਕੋਈ ਸੰਗਮ ਹੈ। ਇਸ ਵਿੱਚ ਜੋ 4 ਅੰਕ ਵਿੱਚ ਦੱਸਿਆ ਹੈ ਕਿ ਜਤ ਸਤ ਸੰਜਮ ਨਾਮ ਹੈ, ਇਸ ਦਾ ਅਰਥ ਇਹ ਨਹੀਂ ਕਿ ਇਹਨਾਂ ਦੀ ਲੋੜ ਨਹੀਂ। ਭਾਵ ਇਹ ਹੈ ਕਿ ਨਾਮ ਮੁੱਖ ਹੈ, ਇਸ ਨੂੰ ਲੱਗੋ। ਇਸ ਨਾਲ ਸਾਰੇ ਗੁਣ ਆ ਜਾਣਗੇ, ਕਿਉਂਕਿ ਅੱਗੇ ਚੱਲ ਕੇ ਦੱਸਿਆ ਹੈ ਕਿ ਹਰੀ ਦੇ ਸਾਰੇ ਗੁਣ ਨਾਮ ਉਪਾਸ਼ਕ ਵਿੱਚ ਪ੍ਰਵੇਸ਼ ਕਰਨਗੇ। ਸੋ ਜਤ ਸਤ ਸੰਜਮ ਲੋੜੀਂਦੇ ਹਨ ਤੇ ਨਾਮ ਨਾਲ ਆ ਪ੍ਰਵੇਸ਼ ਕਰਨਗੇ।